ਸਰ ਤੁਸੀਂ ਜਿਵੇਂ ਹੁਣ ਤੁਸੀਂ ਬੱਚਿਆਂ ਦੀ ਉਹ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਹੋਰ ਵੀ ਕਾਲਜਾਂ ਯੂਨੀਵਰਸਿਟੀਆਂ ਨੇ ਹਾਲੇ ਤੱਕ ਨਹੀਂ ਇਸ ਤਰ੍ਹਾਂ ਅੱਗੇ ਆਏ, ਤੁਹਾਡੇ ਦਿਮਾਗ 'ਚ ਇਹ ਗੱਲ ਕਿਵੇਂ ਆਈ? To extend the education services free of cost to them ਜੀ ਤਾਂ ਅਸੀਂ ਇਹ ਜੋ ਸਕਾਲਰਸ਼ਿਪ 100% ਸਕਾਲਰਸ਼ਿਪ ਸਕੀਮ ਅਫਗਾਨੀ ਬੱਚਿਆਂ ਲਈ ਚਲਾਈ। ਮੈਂ ਸਮਝਦਾ ਵੀ ਸ਼ਾਇਦ ਹੋਰ ਕਿਸੇ ਯੂਨੀਵਰਸਿਟੀ ਨੇ ਨਹੀਂ ਕੀਤੀ। ਹਰ ਇੱਕ ਦੀ ਆਪਣੀ ਆਪਣੀ ਸੋਚ ਹੈ, ਵਿਚਾਰ ਹੈ। ਅਸੀਂ ਜਾਣ ਸਕਦੇ ਹਾਂ ਕਿ ਆਪਣੀ ਯੂਨੀਵਰਸਿਟੀ ਦੇ ਵਿੱਚ ਕਿੰਨੇ ਕੁ ਜਿਹੜੇ ਸਟੂਡੈਂਟ ਨੇ ਉਹ ਅਫਗਾਨ ਤੋਂ ਪੜ੍ਹਦੇ ਨੇ? ਸਾਡੇ ਕੋਲ ਜੋ ਇੰਟਰਨੈਸ਼ਨਲ ਸਟੂਡੈਂਟਸ ਸੈਂਕੜਿਆਂ ਦੀ ਤਾਦਾਦ ਵਿੱਚ ਹਨ ਜੀ। ਡਿਫਰੈਂਟ ਕੰਟਰੀਜ਼ ਤੋਂ ਹਨ, ਨੇਪਾਲ ਤੋਂ, ਸ਼੍ਰੀਲੰਕਾ ਤੋਂ, ਬੰਗਲਾਦੇਸ਼ ਤੋਂ, ਸਾਊਥ ਸੁਡਾਨ ਤੋਂ, ਨਾਈਜੀਰੀਆ ਤੋਂ, ਬਰੂੰਡੀ ਤੋਂ, ਕੇਨੀਆ, ਯੂਗਾਂਡਾ, ਇਸ ਤਰ੍ਹਾਂ ਬਹੁਤ ਸਾਰੇ ਮੁਲਕਾਂ ਤੋਂ ਸਾਡੇ ਕੋਲ ਸਟੂਡੈਂਟ ਪਹਿਲਾਂ ਪੜ੍ਹ ਰਹੇ ਹਨ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਤੁਸੀਂ ਦੇਖ ਰਹੇ ਹੋ ਪੁਆਧੀ ਟੀਵੀ। ਮੈਂ ਹਾਂ ਧਨਵੰਤ ਸਿੰਘ ਘਮਾਣ ਤੇ ਅੱਜ ਅਸੀਂ ਲੈ ਕੇ ਹਾਜ਼ਰ ਹਾਂ ਇੱਕ ਖਾਸ ਪ੍ਰੋਗਰਾਮ, ਇੱਕ ਖਾਸ ਸ਼ਖਸੀਅਤ ਦੇ ਨਾਲ, ਕਿਉਂਕਿ ਜਿਸ ਤਰ੍ਹਾਂ ਦੇ ਦੇਖੋ ਅੱਜ ਦੇ ਸਮੇਂ 'ਚ ਅਫਗਾਨਿਸਤਾਨ ਦੇ ਹਾਲਾਤ ਬਣੇ ਹੋਏ ਨੇ। ਇਸ ਹਾਲਾਤਾਂ ਦੇ ਵਿਚਕਾਰ ਕੁਛ ਲੋਕ ਨੇ ਜਿਹੜੇ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਪੜ੍ਹ ਰਹੇ ਨੇ ਜਾਂ ਫਿਰ ਨੌਕਰੀਆਂ ਕਰ ਰਹੇ ਨੇ। ਹੁਣ ਜਿਹੜੇ ਸਟੂਡੈਂਟ ਭਾਰਤ ਦੇ ਵਿੱਚ ਪੜ੍ਹ ਰਹੇ ਨੇ, ਉਹਨਾਂ ਸਟੂਡੈਂਟਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਜਾਂ ਫਿਰ ਜਿਹੜੇ ਉਹਨਾਂ ਨੂੰ ਮਦਦ ਦੀ ਜ਼ਰੂਰਤ ਹੈ, ਇਸ ਤਰ੍ਹਾਂ ਕਾਲਜਾਂ ਯੂਨੀਵਰਸਿਟੀਆਂ ਨੂੰ ਇਸ ਸਮੇਂ ਦੇ ਵਿੱਚ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਅਤੇ ਅੱਜ ਆਪਾਂ ਜਿਨ੍ਹਾਂ ਕੋਲੇ ਪਹੁੰਚੇ ਹਾਂ, ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਸਾਹਿਬ ਨੇ ਜੋਰਾ ਸਿੰਘ ਜੀ। ਉਹਨਾਂ ਨੇ ਸਪੈਸ਼ਲੀ ਇਹ ਪ੍ਰੋਗਰਾਮ ਸ਼ੁਰੂ ਕੀਤਾ ਕਿ ਉਹਨਾਂ ਨੇ ਬੱਚਿਆਂ ਨੂੰ 100% ਜਿਹੜੀ ਸਕਾਲਰਸ਼ਿਪ ਦਿੱਤੀ ਹੈ, ਜਿਹੜੇ ਕਿ ਅਫਗਾਨਿਸਤਾਨ ਦੇ ਬੱਚੇ ਨੇ। ਸੋ ਸਭ ਤੋਂ ਪਹਿਲਾਂ ਆਪਾਂ ਚਾਂਸਲਰ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ, ਉਸ ਤੋਂ ਬਾਅਦ ਕਰਦੇ ਹਾਂ ਗੱਲਾਂ ਬਾਤਾਂ ਸ਼ੁਰੂ। ਸਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਤੁਸੀਂ ਜਿਵੇਂ ਹੁਣ ਤੁਸੀਂ ਬੱਚਿਆਂ ਦੀ ਉਹ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਹੋਰ ਵੀ ਕਾਲਜਾਂ ਯੂਨੀਵਰਸਿਟੀਆਂ ਨੇ ਹਾਲੇ ਤੱਕ ਨਹੀਂ ਇਸ ਤਰ੍ਹਾਂ ਅੱਗੇ ਆਏ, ਤੁਹਾਡੇ ਦਿਮਾਗ 'ਚ ਇਹ ਗੱਲ ਕਿਵੇਂ ਆਈ? ਬਹੁਤ ਸਮੇਂ ਤੋਂ ਧਨਵੰਤ ਜੀ ਅਸੀਂ ਇਹ ਖਬਰਾਂ ਪੜ੍ਹ ਰਹੇ ਸਾਂ ਵੀ ਜੋ ਅਫਗਾਨਿਸਤਾਨ ਦੇ ਵਿੱਚ ਕਤਲੇਆਮ ਹੋਇਆ, ਘੱਲੂਘਾਰਾ ਹੋਇਆ, ਜੋ ਉੱਥੇ ਦੇ ਇੰਡੀਅਨ ਵਸਨੀਕ ਸਨ, ਚਾਹੇ ਉਹ ਹਿੰਦੂ ਸਨ, ਸਿੱਖ ਸਨ, ਮੁਸਲਿਮ ਸਨ, ਈਸਾਈ ਸਨ, ਤਾਂ ਉਹਨਾਂ ਦੀ ਡਿਸਲੋਜਮੈਂਟ ਹੋ ਰਹੀ ਹੈ ਜੀ। ਤਾਂ ਸਾਨੂੰ ਲੱਗਿਆ ਵੀ ਅਸੀਂ ਦੇਸ਼ ਭਗਤ ਯੂਨੀਵਰਸਿਟੀ ਵਿੱਦਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ, ਤਾਂ ਇਹਨਾਂ ਬੱਚਿਆਂ ਨੂੰ, ਇਹਨਾਂ ਪੇਰੈਂਟਸ ਨੂੰ ਟੂ ਐਕਸਟੈਂਡ ਦੀ ਐਜੂਕੇਸ਼ਨ ਸਰਵਿਸਿਜ਼ ਫ੍ਰੀ ਆਫ ਕੋਸਟ ਟੂ ਦੈਮ ਤਾਂ ਅਸੀਂ ਇਹ ਜੋ ਸਕਾਲਰਸ਼ਿਪ 100% ਸਕਾਲਰਸ਼ਿਪ ਸਕੀਮ ਅਫਗਾਨੀ ਬੱਚਿਆਂ ਲਈ ਚਲਾਈ ਜੀ। ਇਹ ਦੇਸ਼ ਭਗਤ ਯੂਨੀਵਰਸਿਟੀ ਦਾ ਉਪਰਾਲਾ ਹੈ ਅਤੇ ਮੈਂ ਸਮਝਦਾ ਵੀ ਸ਼ਾਇਦ ਹੋਰ ਕਿਸੇ ਯੂਨੀਵਰਸਿਟੀ ਨੇ ਨਹੀਂ ਕੀਤੀ। ਹਰ ਇੱਕ ਦੀ ਆਪਣੀ ਆਪਣੀ ਸੋਚ ਹੈ, ਵਿਚਾਰ ਹੈ। ਜੇ ਨਹੀਂ ਕੀਤੀ ਤਾਂ ਸਮਝ ਲਓ ਵੀ ਸਾਡੀ ਪਹਿਲ ਹੈ ਜੀ। ਸਰ ਤੁਸੀਂ ਇਹ ਬੱਚਿਆਂ ਲਈ ਸਕਾਲਰਸ਼ਿਪ ਕੀਤੀ ਹੈ, ਸ਼ੁਰੂ ਕੀਤੀ ਹੈ, ਬਹੁਤ ਚੰਗੀ ਗੱਲ ਹੈ, ਕਿਉਂਕਿ ਇਸ ਟਾਈਮ ਉਹਨਾਂ ਬੱਚਿਆਂ ਨੂੰ ਕਿਤੇ ਨਾ ਕਿਤੇ ਜਿਹੜੀ ਕਿ ਉਹਨਾਂ ਦੇ ਪਰਿਵਾਰ ਵੱਲੋਂ ਮਦਦ ਨਹੀਂ ਆ ਸਕਦੀ, ਉੱਥੋਂ ਦੇ ਹਾਲਾਤ ਸਹੀ ਨਹੀਂ ਹੈਗੇ, ਅਤੇ ਤੁਸੀਂ ਉਸ ਸਮੇਂ ਦੇ ਵਿੱਚ ਉਹਨਾਂ ਬੱਚਿਆਂ ਦੀ ਬਾਂਹ ਫੜੀ ਹੈ ਅਤੇ ਬਹੁਤ ਚੰਗਾ ਕੀਤਾ। ਸਰ ਅਸੀਂ ਜਾਣ ਸਕਦੇ ਹਾਂ ਕਿ ਆਪਣੀ ਯੂਨੀਵਰਸਿਟੀ ਦੇ ਵਿੱਚ ਕਿੰਨੇ ਕੁ ਜਿਹੜੇ ਸਟੂਡੈਂਟ ਨੇ ਉਹ ਅਫਗਾਨ ਤੋਂ ਪੜ੍ਹਦੇ ਨੇ? ਸਾਡੇ ਕੋਲ ਜੋ ਇੰਟਰਨੈਸ਼ਨਲ ਸਟੂਡੈਂਟਸ ਸੈਂਕੜਿਆਂ ਦੀ ਤਾਦਾਦ ਵਿੱਚ ਹਨ ਜੀ। ਡਿਫਰੈਂਟ ਕੰਟਰੀਜ਼ ਤੋਂ ਹਨ, ਨੇਪਾਲ ਤੋਂ, ਸ਼੍ਰੀਲੰਕਾ ਤੋਂ, ਬੰਗਲਾਦੇਸ਼ ਤੋਂ, ਸਾਊਥ ਸੁਡਾਨ ਤੋਂ, ਨਾਈਜੀਰੀਆ ਤੋਂ, ਬਰੂੰਡੀ ਤੋਂ, ਕੇਨੀਆ, ਯੂਗਾਂਡਾ, ਇਸ ਤਰ੍ਹਾਂ ਬਹੁਤ ਸਾਰੇ ਮੁਲਕਾਂ ਤੋਂ ਸਾਡੇ ਕੋਲ ਸਟੂਡੈਂਟ ਪਹਿਲਾਂ ਪੜ੍ਹ ਰਹੇ ਹਨ। ਅਫਗਾਨਿਸਤਾਨ ਤੋਂ ਵੀ ਸਾਡੇ ਕੋਲ ਬਹੁਤ ਥੋੜ੍ਹੇ ਨੰਬਰ ਦੇ ਬੱਚੇ ਰਿਸਰਚ ਸਕਾਲਰ ਹਨ ਜੀ। ਤਾਂ ਅਸੀਂ ਹੁਣ ਹੋਰ ਅਫਗਾਨੀ ਬੱਚੇ ਜਿਹੜੇ ਕਿ ਉੱਥੋਂ ਡਿਸਲੌਜ ਹੋ ਕੇ ਜੀ ਆ ਰਹੇ ਹਨ, ਉਹਨਾਂ ਨੂੰ ਵਿੱਦਿਆ ਪ੍ਰਦਾਨ ਕਰਨੀ ਚਾਹੁੰਦਾ ਜੀ। ਜਾਂ ਜਿਹੜੇ ਬੱਚੇ ਇੱਥੇ ਪੜ੍ਹ ਰਹੇ ਹਨ ਅਤੇ ਉਹ ਆਪਦੀ ਐਜੂਕੇਸ਼ਨ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਜਿਵੇਂ ਮੈਨੂੰ ਅੱਜ ਹੀ ਸਵੇਰੇ ਫੋਨ ਆਇਆ ਵੀ ਫਲਾਂ ਯੂਨੀਵਰਸਿਟੀ ਦੇ ਵਿੱਚ ਬੱਚੇ ਹਨ, ਇੰਨੇ ਬੱਚੇ ਹਨ, ਅਤੇ ਉਹ ਆਪਦੀ ਹਾਇਰ ਐਜੂਕੇਸ਼ਨ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਇਸ ਸਕੀਮ ਦੇ ਤਹਿਤ ਕਰਨਾ ਚਾਹੁੰਦੇ ਹਨ ਅਤੇ ਵੀ ਉਹਨਾਂ 'ਤੇ ਵੀ ਲਾਗੂ ਹੈ। ਮੈਂ ਕਿਹਾ ਹਾਂ, ਉਹਨਾਂ 'ਤੇ ਵੀ ਲਾਗੂ ਹੈ, ਇਟਸ ਏ ਵੈਲਕਮ ਸਟੈਪ, ਦੇ ਸ਼ੁਡ ਕਮ ਓਵਰ ਜੀ। ਮਤਲਬ ਕਿ ਜਿਹੜੇ ਸਟੂਡੈਂਟ ਉੱਥੋਂ ਜਾਂ ਕਿਸੇ ਹੋਰ ਯੂਨੀਵਰਸਿਟੀ ਤੋਂ ਆਉਣਗੇ, ਤੁਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹੋ, ਉਹਨਾਂ ਵੀ ਉਸੇ ਤਰ੍ਹਾਂ 100% ਜਿਹੜੀ ਅਫਗਾਨੀ ਓਰੀਜਨ ਦੇ ਬੱਚਿਆਂ ਵਾਸਤੇ ਸਕਾਲਰਸ਼ਿਪ ਸਕੀਮ ਹੈ ਜੀ। ਜਿਹੜੇ ਅਫਗਾਨ ਦੇ ਜਾਂ ਫਿਰ ਜਿਹੜੇ ਅਫਗਾਨ ਤੋਂ, ਹੁਣ ਕਿਉਂਕਿ ਉੱਥੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਛੱਡ ਕੇ ਜਿਹੜੇ ਬੱਚੇ ਨੇ ਉੱਥੋਂ ਸਟੂਡੈਂਟ ਲਗਾ ਲਓ, ਚਾਹੇ ਪਰਿਵਾਰਾਂ ਦੇ ਪਰਿਵਾਰ
ਖਾਸ ਕਰਕੇ ਦੁਬਾਰੇ ਭਾਰਤ ਆਉਣਾ ਚਾਹੁੰਦੇ ਨੇ, ਵੱਖ-ਵੱਖ ਦੇਸ਼ਾਂ 'ਚ ਜਾ ਰਹੇ ਨੇ, ਜਿਹੜੇ ਬੱਚੇ ਹੁਣ ਉੱਥੋਂ ਆਉਣਗੇ ਇੱਥੇ ਆਉਣਗੇ, ਕੀ ਤੁਸੀਂ ਸੇਮ ਉਹਨਾਂ ਨੂੰ ਪ੍ਰੋਸੈਸ ਦਿਓਗੇ, ਸੇਮ ਉਹਨਾਂ ਦੀ ਐਜੂਕੇਸ਼ਨ? ਪ੍ਰਾਇਮਰੀਲੀ ਇਹ ਸਕੀਮ ਹੀ ਉਹਨਾਂ ਵਾਸਤੇ ਹੈ ਜੋ ਡਿਸਲੌਜ ਹੋ ਕੇ ਉੱਥੋਂ ਆ ਰਹੇ ਹਨ, ਉਹਨਾਂ ਵਾਸਤੇ ਹੀ ਪ੍ਰਾਇਮਰੀਲੀ ਇਹ ਸਕੀਮ ਹੈਗੀ ਹੈ। ਲੇਕਿਨ ਅੱਜ ਜਦੋਂ ਮੈਨੂੰ ਫੋਨ ਆਇਆ ਵੀ ਉਹ ਫਲਾਂ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਤੇ ਆਪਦੀ ਹਾਇਰ ਐਜੂਕੇਸ਼ਨ ਵਾਸਤੇ ਦੇਸ਼ ਭਗਤ ਯੂਨੀਵਰਸਿਟੀ 'ਚ ਸਕੀਮ ਦੇ ਤਹਿਤ ਆਉਣਾ ਚਾਹੁੰਦੇ ਹਾਂ, ਤਾਂ ਅਸੀਂ ਕਿਹਾ ਵੀ ਉਹ ਵੀ ਵੈਲਕਮ ਹੈ। ਜੀ ਸਰ, ਜਿਸ ਤਰ੍ਹਾਂ ਤੁਸੀਂ ਹੁਣ ਅਫਗਾਨ ਦੇ ਬੱਚਿਆਂ ਨੂੰ ਸਕਾਲਰਸ਼ਿਪ ਦੇ ਰਹੇ ਹੋ, ਇਸ ਤਰ੍ਹਾਂ ਹੁਣ ਹੋਰ ਜਿਹੜੇ ਭਾਰਤ ਦੇ ਬੱਚੇ ਨੇ ਉਹ ਚੰਗੇ ਨੰਬਰ ਲੈ ਕੇ ਜਾਂ ਫਿਰ ਚੰਗੀਆਂ ਪੋਜੀਸ਼ਨਾਂ ਹਾਸਲ ਕਰਕੇ ਤੁਹਾਡੇ ਕੋਲੇ ਪੜ੍ਹਦੇ ਨੇ, ਉਹਨਾਂ ਲਈ ਵੀ ਤੁਸੀਂ ਕੁਝ ਖਾਸ ਕਰਦੇ ਹੋ ਇਸ ਤਰ੍ਹਾਂ ਦਾ? ਹਾਂ, ਦੇਸ਼ ਭਗਤ ਯੂਨੀਵਰਸਿਟੀ ਵਿੱਚ ਕਾਫੀ ਸਾਰੀਆਂ ਸਕਾਲਰਸ਼ਿਪ ਦੀਆਂ ਸਕੀਮਾਂ ਨੇ ਜੀ। ਮਾਤਾ ਜਰਨੈਲ ਕੌਰ ਸਕਾਲਰਸ਼ਿਪ ਸਕੀਮ ਜੀ, ਜੋ ਮੇਰੇ ਸਨਮਾਨਯੋਗ ਮਾਤਾ ਜੀ ਦੇ ਨਾਮ ਤੇ ਚੱਲ ਰਹੀ ਹੈ ਜੀ। ਪਿਛਲੇ ਸਾਲ ਅਸੀਂ ਉਸ ਸਕੀਮ ਦੇ ਤਹਿਤ 17 ਕਰੋੜ ਦੇ ਸਕਾਲਰਸ਼ਿਪ ਦਿੱਤੇ ਹਨ ਜੀ। ਬਹੁਤ ਵੱਡੀ ਗੱਲ ਹੈ ਸਰ। ਤੇ ਸਰ ਆਪਣੇ ਜਿਹੜੇ ਸਕਾਲਰ ਇੱਥੋਂ ਮਤਲਬ PhD ਦੇ ਵਿੱਚ ਐਂਟਰੈਂਸ ਕਰਦੇ ਨੇ ਬੱਚੇ, PhD ਕਰਦੇ ਨੇ, ਕਿੰਨੇ ਕੁ ਬੱਚੇ ਨੇ ਜਿਹੜੇ ਇੱਥੋਂ PhD ਕਰਨ ਤੋਂ ਬਾਅਦ ਬਾਹਰ ਜੌਬ ਲਈ ਵਧੀਆ ਪੋਜੀਸ਼ਨਾਂ ਹਾਸਲ ਕਰ ਚੁੱਕੇ ਨੇ? ਹਾਂ, ਮੇਰੇ ਕੋਲ ਐਗਜ਼ੈਕਟ ਐਲੂਮਨੀ ਡਾਟਾ ਤਾਂ ਨਹੀਂ ਹੈ, ਪਰ ਜੋ ਬੱਚੇ ਵੀ ਫੋਰਨ ਤੋਂ PhD ਕਰਨ ਵਾਸਤੇ ਸਾਡੇ ਕੋਲੇ ਆਉਂਦੇ ਹਨ ਜੀ, ਉਹ ਡਿਮਾਂਡ ਬੇਸ ਤੇ ਹੀ ਆਉਂਦੇ ਹਨ। ਉਹਨਾਂ ਦੀ ਉਸ ਕੰਟਰੀ ਵਿੱਚ PhD ਕਰਨ ਦੀ ਡਿਮਾਂਡ ਹੈ, ਤਾਂ ਕਰਕੇ ਜੇ ਅਸੀਂ ਕਹੀਏ ਵੀ ਸਾਡੇ ਵਾਲੇ ਬੱਚੇ ਟੋਰਾਂਟੋ ਪੜ੍ਹਦੇ ਹਨ, ਤਾਂ ਉਹ ਮਤਲਬ ਉਹਨਾਂ ਵਾਸਤੇ ਇੱਥੋਂ ਜਾ ਕੇ ਟੋਰਾਂਟੋ ਪੜ੍ਹਨਾ ਤਾਂ ਜ਼ਰੂਰੀ ਹੈ ਕਿ ਉਹਨੂੰ ਲੱਗਦਾ ਵੀ ਉਹ ਟੋਰਾਂਟੋ ਵਾਲਾ ਕੋਰਸ ਕਰਕੇ ਸਾਨੂੰ ਜੌਬ ਮਿਲ ਜਾਏਗਾ ਜੀ। ਸੇਮ ਇਜ਼ ਦੀ ਕੇਸ ਹੀਅਰ। ਜੇ ਅਫਗਾਨਿਸਤਾਨ ਵਾਲੇ ਬੱਚੇ ਨੇ ਜਿਹੜੇ ਇੱਥੋਂ PhD ਕਰ ਰਹੇ ਨੇ ਜਾਂ ਇੱਥੋਂ ਮਾਸਟਰਸ ਕਰ ਰਹੇ ਨੇ, ਜਾਂ ਬਰੂੰਡੀ ਵਾਲੇ ਨੇ, ਜਾਂ ਸਾਊਥ ਸੁਡਾਨ ਵਾਲੇ ਨੇ, ਤਾਂ ਉਹਨਾਂ ਦੀ ਉਸ ਕੋਰਸ ਕਰਨ ਤੋਂ ਬਾਅਦ ਉਹਨਾਂ ਦੀ ਅਬਜ਼ੋਰਪਸ਼ਨ ਉਸ ਕੰਟਰੀ ਦੇ ਵਿੱਚ 100% ਹੀ ਹੁੰਦੀ ਹੈ ਜੀ। ਸਰ, ਭਾਰਤ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ, ਜਿਵੇਂ ਪ੍ਰਾਈਵੇਟ ਵੀ ਨੇ ਤੇ ਸਰਕਾਰੀ ਤਾਂ ਹੈ ਹੀ ਨੇ, ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਇਹੋ ਜਿਹਾ ਖਾਸ ਕੀ ਹੈ ਕਿ ਜਿਹੜੇ ਬੱਚੇ ਬਾਹਰੋਂ ਵੀ ਇੱਥੇ ਆ ਕੇ ਪੜ੍ਹਨਾ ਪਸੰਦ ਕਰਦੇ ਨੇ? ਮੈਂ ਕਹਾਂਗਾ ਵੀ ਦੇਸ਼ ਭਗਤ ਯੂਨੀਵਰਸਿਟੀ ਨੂੰ ਦੇਸ਼ ਭਗਤਾਂ ਦਾ ਜੀ, ਸ਼ਹੀਦਾਂ ਦਾ ਜੀ ਆਸ਼ੀਰਵਾਦ ਹੈ। ਮੇਰੇ ਪਿਤਾ ਜੀ ਸਰਦਾਰ ਲਾਲ ਸਿੰਘ, ਜਿਨ੍ਹਾਂ ਦੇ ਨਾਮ ਤੇ ਉਹ ਫਰੀडम ਫਾਈਟਰ ਸਨ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਲ ਸਨ ਜੀ, ਆਜ਼ਾਦੀ ਦੀ ਲੜਾਈ ਲੜੀ ਉਹਨਾਂ ਨੇ, ਉਹਨਾਂ ਦੀ ਯਾਦ ਵਿੱਚ ਅਸੀਂ ਦੇਸ਼ ਭਗਤ ਯੂਨੀਵਰਸਿਟੀ ਬਣਾਈ ਹੈ ਜੀ। ਤੇ ਸਾਨੂੰ ਉਹਨਾਂ ਦਾ, ਸ਼ਹੀਦਾਂ ਦਾ, ਉਹਨਾਂ ਦੇਸ਼ ਭਗਤਾਂ ਦਾ, ਸੈਨਿਕਾਂ ਦਾ ਹਮੇਸ਼ਾ ਆਸ਼ੀਰਵਾਦ ਮਿਲਦਾ ਰਹਿੰਦਾ ਹੈ ਜੀ। ਤਾਂ ਅਸੀਂ ਸਟੂਡੈਂਟਸ ਨੂੰ ਵਧੀਆ ਵਿੱਦਿਆ ਪ੍ਰਦਾਨ ਕਰਦੇ ਹਾਂ ਉਹਨਾਂ ਦੀ ਬਦੌਲਤ, ਵੱਡਿਆਂ ਦੀ ਬਦੌਲਤ ਜੀ। ਸਰ, ਮੈਂ ਕੁਝ ਕੁ ਕੋਰਸਾਂ ਬਾਰੇ ਜਾਣਨਾ ਚਾਹੂੰਗਾ ਕਿ ਜਿਹੜੇ ਆਪਣੇ ਵਿਦੇਸ਼ੀ ਬੱਚਿਆਂ ਲਈ ਕੋਰਸ ਨੇ, ਕਿਉਂਕਿ ਉਹ ਸਪੈਸ਼ਲ ਵਿਦੇਸ਼ੀ ਬੱਚਿਆਂ ਲਈ ਹੀ ਨੇ, ਜਾਂ ਫਿਰ ਇੱਥੋਂ ਦੇ ਬੱਚੇ ਤੇ ਵਿਦੇਸ਼ੀ ਬੱਚੇ ਸੇਮ ਹੀ ਕੋਰਸ ਨੇ ਜਿਹੜੇ ਉਹਨਾਂ ਦੇ ਵਿੱਚ ਐਂਟਰੈਂਸ ਕਰਦੇ ਨੇ? ਨਹੀਂ, ਕੋਰਸਸ ਬਾਈ ਐਂਡ ਲਾਰਜ ਸੇਮ ਨੇ ਜੀ, ਬਾਈ ਐਂਡ ਲਾਰਜ ਸੇਮ ਨੇ। ਤੇ ਜੇ ਕਿਤੇ ਕਿਸੇ ਖਾਸ ਕੰਟਰੀ ਵਾਸਤੇ ਕਿਸੇ ਸਪੈਸ਼ਲ ਕੋਰਸ ਦੀ ਲੋੜ ਹੁੰਦੀ ਹੈ ਜੀ, ਤਾਂ ਜਿਵੇਂ ਇੱਥੇ ਆਪਾਂ ਇੰਡੀਆ ਦੀ ਸਟੇਟ ਦੀ ਗੱਲ ਕਰੀਏ ਵੀ ਹੁਣ ਕਸ਼ਮੀਰ ਦੇ ਸਾਡੇ ਕੋਲ ਬੱਚੇ 4-5 ਹਜ਼ਾਰ ਨੇ, ਤਾਂ ਅਸੀਂ ਲੇਟਲੀ ਉਰਦੂ ਦਾ ਕੋਰਸ ਸਟਾਰਟ ਕੀਤਾ, 3 ਮਹੀਨੇ ਦਾ, 6 ਮਹੀਨੇ ਦਾ MA ਸਟਾਰਟ ਕੀਤੀ। ਸਿਮਿਲਰਲੀ ਜੇ ਸਾਨੂੰ ਲੋੜ ਹੁੰਦੀ ਹੈ ਕਿਸੇ ਫੋਰਨ ਸਟੂਡੈਂਟ ਵਾਸਤੇ, ਤਾਂ ਅਸੀਂ ਕੋਰਸ, ਬਿਕਾਜ਼ ਦੇਸ਼ ਭਗਤ ਯੂਨੀਵਰਸਿਟੀ ਇਜ਼ UGC ਅਪਰੂਵਡ ਜੀ, ਸੋ ਵੀ ਫੋਲੋ ਦੀ ਨੋਰਮਸ ਆਫ UGC ਐਂਡ ਕੈਨ ਸਟਾਰਟ ਦੀ ਨਿਊ ਕੋਰਸਿਸ ਫਾਰ ਦੈਮ। ਅਦਰਵਾਈਜ਼ ਜਿਹੜੇ ਸਾਡੇ ਕੋਲ ਕੋਰਸਿਸ ਨੇ ਉਹ ਆਯੁਰਵੇਦਾ ਦੇ ਕੋਰਸ ਨੇ ਜੀ, ਨਰਸਿੰਗ ਦੇ ਕੋਰਸ ਨੇ, ਹੋਟਲ ਮੈਨੇਜਮੈਂਟ ਦੇ ਕੋਰਸ ਨੇ ਜੀ, ਫਾਰਮੇਸੀ ਦੇ ਕੋਰਸਿਸ ਨੇ, ਮੈਨੇਜਮੈਂਟ ਦੇ ਨੇ, ਕਾਮਰਸ ਦੇ, ਲਾਅ, MBA ਜੀ, MCA, BBA, BCA, PGDCA, ਮੀਡੀਆ ਦੇ ਕੋਰਸ ਸਾਡੇ ਕੋਲ ਹਨ, ਠੀਕ ਹੈ, ਆਰਟ ਐਂਡ ਕਰਾਫਟ ਐਂਡ very many more. Dental ਮੈਂ ਦੱਸ ਚੁੱਕਿਆ ਸ਼ਾਇਦ ਤੁਹਾਨੂੰ ਜੀ। ਸਰ, ਦੱਸਿਆ ਤੁਸੀਂ। ਆਯੁਰਵੇਦਾ ਵਾਸ ਦੀ ਫਸਟ ਇੰਸਟੀਚਿਊਟ ਫਰੋਮ ਵੇਅਰ ਵੀ ਸਟਾਰਟਡ ਦੀ ਜਰਨੀ। ਮਤਲਬ ਕਿ ਤੁਸੀਂ ਜੇਕਰ ਜਿਸ ਤਰ੍ਹਾਂ ਵਿਦੇਸ਼ੀ ਬੱਚਿਆਂ ਬਾਰੇ ਕਿਹਾ ਕਿ ਜੇਕਰ ਵਿਦੇਸ਼ ਚੋਂ ਬੱਚੇ ਆਉਂਦੇ ਨੇ, ਤਾਂ ਤੁਸੀਂ ਉਹਨਾਂ ਦੀ ਕੰਡੀਸ਼ਨ ਦੇ ਅਕੋਰਡਿੰਗਲੀ ਉਹ ਕੋਰਸ ਵੀ ਉਹਨਾਂ ਲਈ ਲੈ ਕੇ ਆਉਂਦੇ ਹੋ ਯੂਨੀਵਰਸਿਟੀ ਦੇ ਵਿੱਚ, ਤਾਂ ਕਿ ਬੱਚਿਆਂ ਨੂੰ ਇੱਥੋਂ ਪੜ੍ਹਨ ਲੱਗਿਆ ਕੋਈ ਦਿੱਕਤ ਨਾ ਹੋਵੇ, ਉਹ ਆਪਣੀ ਮਨਪਸੰਦ ਦਾ ਵਿਸ਼ਾ ਪੜ੍ਹ ਸਕਣ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ। ਤੇ ਸਰ, ਹੁਣ ਮੈਂ ਆਖਰੀ ਸਵਾਲ ਹੈ ਮੇਰਾ ਕਿ ਜਿਹੜੇ ਹੁਣ ਅਫਗਾਨ ਦੇ ਬੱਚਿਆਂ ਲਈ ਤੁਸੀਂ ਸਕਾਲਰਸ਼ਿਪ ਸ਼ੁਰੂ ਕੀਤੀ ਹੈ, ਉਹਦੇ ਬਾਰੇ ਤੁਸੀਂ ਹੋਰ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਕਿਸ ਤਰ੍ਹਾਂ ਦੀਆਂ ਤੁਸੀਂ ਸੁਵਿਧਾਵਾਂ ਉਹਨਾਂ ਨੂੰ ਦੇ ਰਹੇ ਹੋ, ਤਾਂ ਕਿ ਹੋਰ ਬੱਚੇ ਨੇ ਜਿਹੜੇ ਆਪਣੀ ਪੜ੍ਹਾਈ ਨੂੰ ਉੱਥੋਂ ਦੇ ਹਾਲਾਤਾਂ ਕਰਕੇ ਠੱਪ ਕਰ ਚੁੱਕੇ ਨੇ, ਉਹ ਮਜਬੂਰ ਨੇ ਜਾਂ ਤਾਂ ਪੜ੍ਹਾਈ ਛੱਡਣ ਲਈ ਜਾਂ ਫਿਰ ਵਿਦੇਸ਼ਾਂ 'ਚ, ਦੂਜੇ ਦੇਸ਼ਾਂ 'ਚ ਜਾਣ ਲਈ, ਤੇ ਤੁਸੀਂ ਉਹਨਾਂ ਲਈ ਕੀ ਸੁਨੇਹਾ ਦੇਣਾ ਚਾਹੋਗੇ? ਮੈਂ 2-3 ਗੱਲਾਂ ਕਹਾਂਗਾ ਜੀ। ਇੱਕ ਤਾਂ ਜੋ ਹਜੇ ਵੀ ਕੋਵਿਡ ਦੇ ਬਾਵਜੂਦ ਵੀ ਬੱਚਿਆਂ ਦੀਆਂ ਬਾਹਰ ਜਾਣ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਜਹਾਜ਼ ਨਹੀਂ ਜਾ ਰਹੇ,
ਨਹੀਂ ਤਾਂ ਜਹਾਜ਼ ਤੇ ਚੜ੍ਹਨ ਵਾਲੇ ਹਜੇ ਬਹੁਤ ਬੈਠੇ ਨੇ ਜੀ। ਮੈਂ ਉਹਨਾਂ ਨੂੰ ਇਹੀ ਸੰਦੇਸ਼ ਦੇਵਾਂਗਾ ਵੀ ਤੁਸੀਂ ਆਪਦੇ ਮੁਲਕ 'ਚ ਰਹੋ, ਆਪਦੇ ਮੁਲਕ 'ਚ ਪੜ੍ਹੋ ਅਤੇ ਆਪਦੇ ਮੁਲਕ ਵਾਸਤੇ ਵਧੀਆ ਆਪਦੀ ਪਰਸਨੈਲਿਟੀ, ਆਪਦੀ ਐਜੂਕੇਸ਼ਨ ਪ੍ਰੋਫੈਸ਼ਨਲਸ ਨੂੰ ਅੱਗੇ ਵਧਾ ਕੇ ਦੇਸ਼ ਦੀ ਸੇਵਾ ਕਰੋ ਇੱਥੇ ਰਹਿ ਕੇ। ਜੀ। ਦੂਸਰੀ ਗੱਲ ਆ ਵੀ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਬਹੁਤ ਸਾਰੀਆਂ ਸਕਾਲਰਸ਼ਿਪ ਸਕੀਮਾਂ ਨੇ। ਮੈਂ ਮਹਿਸੂਸ ਕਰਦਾ ਹਾਂ ਵੀ ਜਿਸ ਕਿਸੇ ਵੀ ਬੱਚੇ ਦੀ ਵੀ ਜੈਨੂਅਨਲੀ ਇਕਨੋਮਿਕ ਕੰਡੀਸ਼ਨ ਪੂਰ ਹੋਣ ਕਰਕੇ ਉਹਨੂੰ ਵਿੱਦਿਆ ਛੱਡਣੀ ਪੈਂਦੀ ਹੈ, ਉਹਦੇ ਵਾਸਤੇ ਦੇਸ਼ ਭਗਤ ਯੂਨੀਵਰਸਿਟੀ ਉਹਨਾਂ ਦਾ ਹਮੇਸ਼ਾ ਹੱਥ ਫੜਨ ਨੂੰ ਤਿਆਰ ਆ ਜੀ, ਅਤੇ ਫੜੇਗੀ ਅਤੇ ਫੜ ਵੀ ਰਹੀ ਹੈ ਜੀ। ਸੋ ਇਹ ਸੰਦੇਸ਼ ਹੀ ਮੈਂ ਸਮਝਦਾ ਵੀ ਸਾਰੇ ਘਰ ਘਰ ਪਹੁੰਚਣਾ ਚਾਹੀਦਾ ਵੀ ਕਿਸੇ ਨੂੰ ਵੀ, ਕਿਸੇ ਸਟੂਡੈਂਟ ਨੂੰ ਵੀ ਫਾਈਨੈਂਸ਼ੀਅਲ ਕੰਸਟ੍ਰੇਂਟ ਕਰਕੇ ਆਪਦੀ ਵਿੱਦਿਆ ਛੱਡਣੀ ਪਵੇ, ਉਹ ਦੇਸ਼ ਭਗਤ ਯੂਨੀਵਰਸਿਟੀ ਨੂੰ ਗਵਾਰਾ ਨਹੀਂ। ਜੀ। ਵੀ ਵਿਲ ਆਲਵੇਜ਼ ਬੀ ਸਟੈਂਡਿੰਗ ਬਾਈ ਦੈਮ। ਜੀ। ਹਾਊ ਮਚ ਵੀ ਕੈਨ ਸਪੋਰਟ, ਵੀ ਵਿਲ ਸਪੋਰਟ ਦੈਮ। ਜੀ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਮਚ। ਸੋ ਦੋਸਤੋ, ਇਹ ਸੀ ਜੀ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਜੋਰਾ ਸਿੰਘ ਜੀ, ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਹ ਜਿਹੜੇ ਅਫਗਾਨ ਦੇ ਬੱਚੇ ਨੇ, ਜੇ ਉਹ ਮੁਸ਼ਕਲ ਦੇ ਵਿੱਚ ਨੇ ਤਾਂ ਦੇਸ਼ ਭਗਤ ਯੂਨੀਵਰਸਿਟੀ ਇਹੋ ਜਿਹੇ ਮੁਸ਼ਕਲ ਸਮੇਂ ਵਿੱਚ ਉਹਨਾਂ ਦਾ ਹੱਥ ਫੜੇਗੀ, ਉਹਨਾਂ ਦੀ ਬਾਂਹ ਫੜੇਗੀ ਅਤੇ ਉਹਨਾਂ ਦੀ ਇਸ ਮੁਸ਼ਕਲ ਸਮੇਂ 'ਚ ਵੀ ਉਹਨਾਂ ਦੀ ਵਿੱਦਿਆ ਨੂੰ ਜਿਹੜਾ ਕਿ ਕੰਟੀਨਿਊਸਲੀ ਰੱਖਣ ਲਈ ਮਦਦ ਕਰੇਗੀ। ਅਤੇ ਹੋਰ ਵੀ ਜਿਹੜੇ ਸਟੂਡੈਂਟ ਨੇ ਜਿਹੜੇ ਆਰਥਿਕ ਤੰਗੀਆਂ ਕਰਕੇ ਆਪਣੀ ਪੜ੍ਹਾਈ ਛੱਡ ਚੁੱਕੇ ਨੇ ਜਾਂ ਫਿਰ ਆਪਣੀ ਪੜ੍ਹਾਈ ਤੋਂ ਉਹਨਾਂ ਨੂੰ ਪਿੱਛੇ ਰਹਿਣਾ ਪੈਂਦਾ, ਤਾਂ ਦੇਸ਼ ਭਗਤ ਯੂਨੀਵਰਸਿਟੀ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ। ਅਤੇ ਦੇਸ਼ ਭਗਤ ਯੂਨੀਵਰਸਿਟੀ 'ਚ ਕਿਸ ਤਰ੍ਹਾਂ ਕੋਰਸ ਕਰਕੇ ਜਾਂ ਫਿਰ ਕਿਸ ਤਰ੍ਹਾਂ ਜਿਹੜੇ ਬੱਚੇ ਨੇ ਉਹ ਐਡਮਿਸ਼ਨਾਂ ਲੈ ਕੇ ਆਪਣੀ ਵਿੱਦਿਆ ਦਾ ਜਿਹੜਾ ਸੁਪਨਾ ਆ ਉਹ ਪੂਰਾ ਕਰ ਸਕਦੇ ਨੇ। ਸੋ ਤੁਹਾਨੂੰ ਅੱਜ ਦੀ ਇਹ ਜਿਹੜੀ ਮੁਲਾਕਾਤ ਆ ਉਹ ਕਿਵੇਂ ਲੱਗੀ, ਤੁਸੀਂ ਕਮੈਂਟ ਬਾਕਸ 'ਚ ਆਪਣੀ ਰਾਏ ਦੇਣਾ ਨਾ ਭੁੱਲਿਓ। ਜੁੜੇ ਰਹੋ ਪੁਆਧੀ ਟੀਵੀ ਦੇ ਨਾਲ। ਸਤਿ ਸ਼੍ਰੀ ਅਕਾਲ।